ब्रेक तो बाद एक बार फिर तुहाडा स्वागत है प्रोग्राम पख दीआं खबरां दे विच। और इस सैगमेंट दे विच सब तो पहली खबर जिहड़ी असीं विचारांगे ਉਹ मुल्क दे विच पिछले लंबे समय तो एक चर्चा का विषय बनया होया 3 तलाक मामला है, जिस मामले दे विच हुण एक कमेटी बना दी गई है। तो उम्मीद ये जताई जा रही है कि जिहड़ा पार्लीमेंट का सरदरुत का इजलास होएगा ਉਹਦੇ ਵਿੱਚ ਇਹ ਬਿੱਲ ਜਿਹੜਾ ਉਹ ਪਾਰਿਤ ਕੀਤਾ ਜਾਏਗਾ, पेश किया जाएगा। बड़ा महत्वपूर्ण मुद्दा है ये भारत के मामले दे विच और खास कर मुस्लिम भाईचारे के मामले दे विच और सरकार दे इस कारज की शिया भाईचारे ने प्रशंसा की है जी। कमेटी बन गई है सेंट्रल गवर्नमेंट वालों और ऐसे ही ਜਿਹੜਾ ਸਮਾਗਮ ਸਰਦਰੁੱਤ ਵਾਲਾ ਸ਼ੁਰੂ ਹੋਏਗਾ ਉਹਦੇ ਵਿੱਚ ਉਹ ਬਿੱਲ ਲਿਆਂਦਾ ਜਾਵੇਗਾ। 2-3 ਸੰਕਟ ਆਉਂਦੇ ਸੀ ਸੋਸ਼ਲ ਲੈਵਲ ਦੇ ਉੱਤੇ, ਇਹ ਔਰਤਾਂ ਦੇ ਪੱਖ ਦੇ ਵਿੱਚ ਬਹੁਤ ਮਹੱਤਵਪੂਰਨ ਬਿੱਲ ਹੋਏਗਾ ਜੀ, ਜਿਹਦਾ ਅੱਛੇ ਲੋਕਾਂ ਨੇ ਸਵਾਗਤ ਵੀ ਕੀਤਾ ਹੈ ਜੀ। ਕਿ 3 ਤਲਾਕ ਦਾ ਮਾਮਲਾ ਜਿਹੜਾ ਹੈ, ਚਾਹੇ ਉਹ ਇੱਕ ਪ੍ਰਥਾ ਹੈ ਕਿ ਇੱਕਦਮ ਤੁਸੀਂ ਕਿਸੇ ਤੋਂ ਤਲਾਕ ਲੈ ਸਕਦੇ ਹੋ ਆਪਣੀ ਵਾਈਫ ਤੋਂ, 3 ਵਾਰੀ ਇਸ ਸ਼ਬਦ ਦਾ ਉਚਾਰਨ ਕਰੋ ਤੇ ਤਲਾਕ ਹੋ ਗਿਆ। ਇਹ ਸੋਸ਼ਲ ਕਸਟਮ ਇਹ ਤੁਸੀਂ ਫੋਨ ਤੇ ਵੀ ਕਰ ਸਕਦੇ ਹੋ। ਹਾਂ ਯੈਸ, ਇੱਥੋਂ ਤੱਕ ਪਹੁੰਚ ਚੁੱਕੀ ਹੈ ਨੌਬਤ। ਔਰ ਬਹੁਤ ਸਾਰੇ ਮਾਮਲੇ ਇਦਾਂ ਦੇ ਵੀ ਆਏ ਆ ਕਿ WhatsApp ਤੇ ਮੈਸੇਜ ਕਰ ਦਿੱਤਾ ਜਾਂਦਾ ਸੀਗਾ ਤੇ ਤਲਾਕ ਹੋ ਗਿਆ ਨੈਚੁਰਲੀ। ਸੋ ਉਹਦੇ ਵਿੱਚ ਜਿਹੜਾ ਕਾਨੂੰਨੀ ਨੁਕਤਾ ਇਹ ਸੀ ਜੀ ਕਿ ਕਿਉਂਕਿ ਕਾਨੂੰਨ ਕਿ ਇਸ ਮਾਮਲੇ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਸਖਤ ਕਾਰਵਾਈ ਦੀ ਧਾਰਾ ਨਹੀਂ ਹੈ ਜੀ। ਸੋ ਇਹ ਬਿੱਲ ਆਉਣ ਦੇ ਨਾਲ ਜਿਹੜਾ ਕਿ ਔਰ ਫਿਰ ਕੀ ਹੁੰਦਾ ਸੀ ਕਿ ਜੇ ਕੋਈ ਮਾਮਲਾ ਪੁਲਿਸ ਕੋਲ ਵੀ ਜਾਂਦਾ ਸੀ ਜੀ ਤਾਂ ਪੁਲਿਸ ਉਹਦੇ ਪਤੀ ਦੇ ਖਿਲਾਫ ਕੋਈ, ਕਿਉਂਕਿ ਉਹ ਕਰਨਾ ਹੀ ਪਾ ਸਕਦੇ ਉਹਨਾਂ ਦੇ ਕਾਨੂੰਨ ਦੇ ਹੱਥ ਵੱਜੇ ਹੋਏ ਸੀ ਉਸ ਮਾਮਲੇ ਦੇ ਵਿੱਚ, ਤਾਂ ਉਹ ਫਿਰ ਟਾਲ ਮਟੋਲ ਜਾਂ ਬਹੁਤਾ ਅਨਿਆਂ ਹੀ ਆਪਾਂ ਕਹਿ ਸਕਦੇ ਖਾਸ ਤੌਰ ਤੇ ਔਰਤ ਨਾਲ ਅਨਿਆਂ ਹੁੰਦਾ ਸੀਗਾ। ਹੁਣ ਜਦੋਂ ਇਹ ਬਿੱਲ ਆ ਜਾਏਗਾ ਤਾਂ ਮੈਨੂੰ ਲੱਗਦਾ ਹੈ ਕਿ ਔਰਤ ਨੂੰ ਜਿਹੜਾ ਇੰਨਾ ਸੌਖਾ ਸਾਡੀਆਂ ਸਮਾਜਿਕ ਕਦਰਾਂ ਕੀਮਤਾਂ ਹੌਲੀ ਹੌਲੀ ਬਣਦੀਆਂ ਕਈ ਵਾਰੀ ਸਰਾਪ ਵੀ ਬਣ ਜਾਂਦੀਆਂ ਨੇ ਜੀ। ਸੋ ਉਸ ਸਰਾਪ ਤੋਂ ਮੁਕਤੀ ਮਿਲ ਜਾਏਗੀ ਜੀ। ਔਰ ਮੈਨੂੰ ਲੱਗਦਾ ਥੋੜਾ ਜਿਹਾ ਫਿਰ ਇੱਕ ਕਾਨੂੰਨੀ ਡਰ ਜਿਹੜਾ ਹੈ ਉਹ ਆਮ ਮਰਦ ਪ੍ਰਧਾਨ ਸਮਾਜ 'ਚ ਸਾਡੇ, ਅਸੀਂ ਪੈਟਰੀਆਰਕੀ ਦੇ ਸਿਸਟਮ ਵਾਲੇ ਆ ਇੱਥੋਂ, ਸਾਈਕੋਲੋਜੀਕਲੀ ਤਾਂ ਪੈਟਰੀਆਰਕੀ ਹੋਈ ਹੈ ਸਾਡੇ, ਤਾਂ ਅਸੀਂ ਤਾਂ ਜਗੀਰੂ ਸੋਚ 'ਚ ਹੀ ਆ। ਜੇ ਭਾਵੇਂ ਪੋਸਟ ਮਾਡਰਨ ਏਰਾ ਦੀ ਗੱਲ ਕਰਦੇ ਆ ਅਸੀਂ, ਭਾਵੇਂ ਸਾਡੇ ਕੋਲ ਮੋਬਾਈਲ ਹਾਈਟੈਕ ਆ ਗਿਆ ਜੀ, ਪਤਾ ਨਹੀਂ ਕੀ ਆ ਗਿਆ ਮੋਬਾਈਲਾਂ ਦੇ ਵਿੱਚ, ਜਾਂ ਜੋ ਦੁਨੀਆ ਭਰ ਦੀ ਟੈਕਨੋਲੋਜੀ ਅਸੀਂ ਯੂਜ਼ ਕਰਦੇ ਆ, ਜਿਹੜੀ 21ਵੀਂ ਸਦੀ ਤੋਂ ਮਤਲਬ 22ਵੀਂ ਸਦੀ ਵਾਲੀ ਵੀ ਅਸੀਂ ਯੂਜ਼ ਕਰਦੇ ਆ, ਪਹਿਲਾਂ ਹੀ ਯੂਜ਼ ਕਰਨਾ ਸ਼ੁਰੂ ਕਰ ਦਿੱਤਾ। ਪਰ ਸਿਰੋਂ ਅਸੀਂ ਉੱਥੇ ਹੀ ਖੜੇ ਆ ਕਿ ਔਰਤ ਜਿਹੜੀ ਹੈ ਉਹ ਤੁਹਾਡੇ ਪੈਰ ਦੀ ਜੁੱਤੀ ਵਾਂਗ ਹੀ ਆ, ਜਿਹਨੂੰ ਕਦੇ ਸਾਡੇ ਰਹਿਬਰ ਲੋਕ ਕਹਿੰਦੇ ਸੀ ਸਿਰ ਦਾ ਤਾਜ ਹੋਣੀ ਚਾਹੀਦੀ ਆ। ਸੋ ਸਾਡਾ ਬਿਹੇਵ ਤਾਂ ਉਹੀ ਹੈ ਸਮਾਜਿਕ ਤੌਰ ਦੇ ਉੱਤੇ, ਆਪਾਂ ਸਾਰੇ ਦੇਖਦੇ ਆ। ਸੋ ਇਸ ਕਾਨੂੰਨ ਦੇ ਆਉਣ ਨਾਲ, ਇਸ ਬਿੱਲ ਦੇ ਆਉਣ ਨਾਲ, ਕਾਨੂੰਨ ਬਣਨ ਦੇ ਨਾਲ ਔਰਤ ਦੇ ਉੱਤੇ, ਮੁਸਲਿਮ ਭਾਈਚਾਰੇ ਦੇ ਵਿੱਚ ਖਾਸ ਤੌਰ ਤੇ ਔਰਤ ਦੇ ਉੱਤੇ ਜਿਹੜਾ ਤਲਾਕ ਨੂੰ ਲੈ ਕੇ ਜ਼ੁਰਮ ਹੁੰਦਾ ਸੀ, ਜਿਹੜੇ ਉਹਨੂੰ ਕੋਈ, ਫਿਰ ਹੁਣ ਕਾਨੂੰਨ ਬਣ ਜਾਏਗਾ ਤੇ ਪੁਲਿਸ ਦੇ ਕੋਲ ਵੀ ਹੱਥ ਮਜ਼ਬੂਤ ਹੋ ਜਾਣਗੇ ਜੀ। ਉਹ ਵੀ ਉਹਨੂੰ ਨਿਆਂ ਦਿਵਾਉਣ ਦੇ ਵਿੱਚ ਅੱਗੇ ਆਉਣਗੇ। ਨੈਚੁਰਲੀ ਜਦ ਤੁਹਾਡੇ ਕੋਲ ਕਾਨੂੰਨ ਹੀ ਨਹੀਂ ਹੈ, ਤੁਸੀਂ ਨਹੀਂ ਅੱਗੇ ਆ ਸਕਦੇ, ਤੁਸੀਂ ਐਜੀਟੇਟ ਕਰੋਗੇ, ਪ੍ਰੈਸ਼ਰ ਪੈ ਜਾਂਦਾ ਹੈ, ਦੈਟਸ ਅਨਦਰ ਮੈਟਰ। ਬਟ ਕੋਈ ਕਾਨੂੰਨ ਤਾਂ ਹੋਣਾ ਚਾਹੀਦਾ ਨਾ ਜਿਹਦੇ ਤਹਿਤ ਉਹ ਕਾਰਵਾਈ ਕੀਤੀ ਜਾ ਸਕੇ। ਸੋ ਉਹ ਸੋਸ਼ਲ ਪ੍ਰਥਾ ਜਿਹੜੀ ਸਮਾਜਿਕ ਪ੍ਰਥਾ ਸੀ ਉਹ ਹੌਲੀ ਹੌਲੀ ਚੱਲੀ ਆਉਂਦੀ ਸੀਗੀ, ਪਰ ਹੁਣ ਜੇ ਇਹ ਕਾਨੂੰਨ ਬਣ ਗਿਆ ਤਾਂ ਮੈਨੂੰ ਲੱਗਦਾ ਔਰਤ ਨੂੰ ਥੋੜੀ ਜਿਹੀ, ਖਾਸ ਕਰ ਮੁਸਲਿਮ ਭਾਈਚਾਰੇ ਦੀ ਜਿਹੜੀ ਮਹਿਲਾ ਹੈ, ਜਿਹੜੀ ਔਰਤ ਹੈ, ਜਿਹੜੀ ਕਸ਼ਟ ਭੋਗਦੀ ਸੀ, ਮਤਲਬ ਇਹ ਕਿੰਨਾ ਔਖਾ ਯਾਰ, ਤੁਸੀਂ 3 ਵਾਰੀ ਕਿਹਾ ਤੇ ਤੁਹਾਡਾ ਤਲਾਕ ਹੋ ਗਿਆ, ਹਾਈਟ ਆ, ਔਰ ਤੁਹਾਡੇ ਹੀ ਮੁਲਕ ਦੇ ਦੂਸਰੇ ਨਾਗਰਿਕ, ਦੂਸਰੇ ਭਾਈਚਾਰਿਆਂ ਦੇ ਨਾਗਰਿਕ ਫਾਈਟ ਕਰ ਸਕਦੇ ਸੀਗੇ, ਉਹਨਾਂ ਦੇ ਕੋਲ ਕਨਸਟੀਟਿਊਸ਼ਨ ਦਾ ਸਹਾਰਾ ਹੈ ਸੀ। ਮੈਨੂੰ ਲੱਗਦਾ ਕਨਸਟੀਟਿਊਸ਼ਨ ਤੁਹਾਡੇ ਪਿੱਠ ਪਿੱਛੇ ਹੈ ਤਾਂ ਤੁਸੀਂ ਕਾਨੂੰਨ ਆਪਣੀ ਜਿੱਤ ਕਰਦੇ ਹੋ। ਵੱਡੀ ਚੀਜ਼ ਇਹ ਹੈ ਕਿ ਬਾਕੀ ਜਦੋਂ ਅਸੀਂ ਹਿੰਦੂ ਮੈਰਿਜ ਐਕਟ ਨੂੰ ਦੇਖਦੇ ਹਾਂ, ਉਹਦੇ ਮੁਤਾਬਕ ਜਦੋਂ ਤਲਾਕ ਲੈਣਾ ਹੁੰਦਾ ਹੈ ਤੇ ਅਦਾਲਤ ਦੇ ਵਿੱਚ ਅਰਜ਼ੀ ਦਾਇਰ ਕੀਤੀ ਜਾਂਦੀ ਹੈ, ਦੋਨਾਂ ਦੀ ਸਹਿਮਤੀ ਦੇਖੀ ਜਾਂਦੀ ਹੈ, ਦੋਨਾਂ ਦੀ ਸਹਿਮਤੀ ਹੋਣ ਦੇ ਬਾਵਜੂਦ ਵੀ
6 ਮਹੀਨੇ ਦਾ ਸਮਾਂ ਦਿੱਤਾ ਜਾਂਦਾ ਹੈ ਪਹਿਲੀ ਤਾਰੀਖ ਲਈ, ਹਾਂ ਨੈਚੁਰਲੀ, ਤਾਂ ਕਿ ਦੁਬਾਰਾ ਪੈਚਅਪ ਹੋ ਸਕੇ, ਦੁਬਾਰਾ ਜੇ ਉਹ ਚਾਹਣ ਤੇ ਇਕੱਠੇ ਰਹਿਣਾ ਦਾ ਮਨ ਬਣਾਉਂਦੇ ਆ ਤੇ ਕੇਸ ਵਾਪਸ ਲੈ ਸਕਦੇ ਆ। ਹਾਂ ਜਸਵੀਰ, ਦੇਖੋ ਨਾ, ਮਨੁੱਖੀ ਹੈ, ਮਾਨਵੀ ਕਿਉਂਕਿ ਕਈ ਵਾਰ ਇਦਾਂ ਵੀ ਹੁੰਦਾ 3-3 4-4 ਬੱਚੇ ਹੋਏ ਹੁੰਦੇ ਤੇ ਤਲਾਕ ਕਹਿ ਦਿੱਤਾ ਜਾਂਦਾ, ਅਗਲੀ ਔਰਤ ਜਿਹੜੀ ਆ ਉਹ 3-4 ਬੱਚਿਆਂ ਨੂੰ ਲੈ ਕੇ ਜਾਏਗੀ ਕਿੱਥੇ, ਉਹਦਾ ਭਵਿੱਖ ਕਿੱਦਾਂ ਦਾ ਹੋਏਗਾ। ਯੈਸ, ਜਿਹੜੇ ਸਾਡੇ ਮਾਨਯੋਗ ਕੋਰਟਸ ਨੇ, ਸਾਡੀਆਂ ਅਦਾਲਤਾਂ ਨੇ, ਜਿਹੜੇ ਉੱਥੇ ਜੱਜ ਸਾਹਿਬਾਨ ਬੈਠੇ ਨੇ, ਜਾਂ ਸਾਡਾ ਕਨਸਟੀਟਿਊਸ਼ਨ ਜਿਹੜਾ ਹੈ, ਉਹ ਮਾਨਵੀ, ਜਦੋਂ ਮਾਨਵੀ ਸਰੋਕਾਰ ਦੀ ਗੱਲ ਆਉਂਦੀ ਹੈ ਨਾ, ਤੇ ਫਿਰ ਉੱਥੇ ਉਹ ਜਿਹੜਾ 6 ਮਹੀਨੇ ਦਾ ਸਮਾਂ ਹੈ, ਉਹ ਉਹਦੇ ਮਾਨਵੀ ਸਰੋਕਾਰਾਂ ਨਾਲ ਜੁੜਿਆ ਹੋਇਆ ਸੰਬੰਧ ਹੈ ਜੀ, ਕਿ ਤੁਸੀਂ ਭਾਈ ਕੋਈ ਗੱਲ ਨਹੀਂ, ਮਿਸਅੰਡਰਸਟੈਂਡਿੰਗਸ ਹੋ ਜਾਂਦੀਆਂ ਨੇ, ਪਰਿਵਾਰਾਂ 'ਚ ਕੰਟਰਡਿਕਸ਼ਨਸ ਖੜੀਆਂ ਹੋ ਜਾਂਦੀਆਂ ਨੇ। ਸਾਡੇ ਦਾ ਪੰਜਾਬੀ ਵਾਲੇ ਤਾਂ ਬੜਾ ਖੁੱਲਾ ਜਿਹਾ ਗੱਲ ਕਰਦੇ ਹੁੰਦੇ ਆ ਵੀ ਜਿੱਥੇ 4 ਭਾਂਡੇ ਹੋਣਗੇ ਖੜਕਣਗੇ ਜੀ। ਸੋ ਮੈਨੂੰ ਇਹਦੇ ਵਿੱਚ ਇੱਕ ਬੜੀ ਪੋਜ਼ਿਟਿਵਿਟੀ ਨਜ਼ਰ ਆਉਂਦੀ ਹੁੰਦੀ ਹੈ ਕਿ ਨਜ਼ਰ ਅੰਦਾਜ਼ ਕਰੋ ਯਾਰ, ਕਿੱਡੀ ਕਿ ਕਿਤੇ ਗੱਲ ਆ, ਜੇ ਕਿਸੇ ਦੀ ਈਗੋ ਹਰਟ ਹੋ ਗਈ ਜਾਂ ਕਿਸੇ ਨੇ ਈਗੋ ਦਿਖਾ ਦਿੱਤੀ, ਗੁੱਸਾ ਦਿਖਾਤਾ, ਤਾਂ ਮਤਲਬ ਤੁਸੀਂ ਇੱਕ ਦੇਖੋ, ਹੁਣ ਇੱਕ ਭਾਈਚਾਰਿਆਂ ਦਾ ਹੁੰਦਾ ਇਹ ਸੰਬੰਧ, 4 ਭਾਂਡੇ ਹੋਣਗੇ ਖੜਕਣਗੇ ਜੀ, ਵੀ ਜੇ ਉਹ ਵੱਜਦੇ ਨੇ ਇੱਕ ਦੂਜੇ ਦੇ ਵਿੱਚ, ਆਵਾਜ਼ਾਂ ਪੈਦਾ ਹੁੰਦੀਆਂ ਨੇ ਘਰਾਂ ਦੇ ਵਿੱਚ, ਤਾਂ ਯਾਰ ਲੀਵ ਦਿਸ, ਫਿਰ ਕੀ ਆ, ਇਹਨੀ ਖੜਕਣਾ ਹੀ ਖੜਕਣਾ। ਸੋ ਇਹਨੂੰ ਦਿਲ ਤੇ ਲਾਉਣ ਦੀ ਬਹੁਤੀ ਲੋੜ ਨਹੀਂ ਹੈ ਜੀ। ਸੋ ਉਹ ਸਾਰੇ ਜਿਹੜੇ ਮਾਨਵੀ ਪਹਿਲੂ ਨੂੰ ਦੇਖਦਿਆਂ ਹੋਇਆਂ ਹੀ ਉਸ ਤਲਾਕ ਦੇ ਉੱਤੇ ਦੋਵਾਂ ਦੀ ਰਜ਼ਾਮੰਦੀ, ਜਾਂ ਫਿਰ ਉਹਦਾ ਬੀਬੀਆਂ ਨੂੰ ਖਰਚਾ ਲਾਉਣਾ ਜੀ, ਉਹ ਵੀ ਬੰਦੇ ਦੀ ਜੇਬ ਦੇ ਹਿਸਾਬ ਨਾਲ, ਉਹਦੇ ਕੰਮ ਦੇ ਬਹੁਤ ਸਾਰੇ ਐਸਪੈਕਟਸ ਨੇ ਜਿਹੜੇ ਮਨੁੱਖ ਨੂੰ ਮਨੁੱਖ ਬਣੇ ਰਹਿਣ ਦੇ ਐਂਗਲ ਤੋਂ ਦੇਖਦਿਆਂ ਇਹ ਫੈਸਲੇ ਹੁੰਦੇ ਨੇ। ਔਰ ਕਈ ਵਾਰ ਸਮਾਂ ਵੀ ਲੱਗਦਾ ਹੈ ਉਹਨਾਂ ਨੂੰ ਸਮਝਾਉਂਦਿਆਂ ਕਰਦਿਆਂ, ਜਾਂ ਫਿਰ ਕਈ ਵਾਰ ਸਮਾਂ ਆਪਣੀ ਲਪੇਟ 'ਚ ਲੈ ਕੇ ਉਹਨਾਂ ਨੂੰ, ਦੋਵਾਂ ਜੀਆਂ ਨੂੰ ਜਾਂ ਪਰਿਵਾਰ ਦੇ ਜੇ ਕੋਈ ਬੱਚੇ ਹੈਗੇ ਆ, ਤਾਂ ਕਿਤੇ ਨਾ ਕਿਤੇ ਆਣ ਕੇ ਉਹਨਾਂ ਦਾ ਪੈਚ ਅਪ ਵੀ ਹੋ ਜਾਂਦਾ, ਇਕੱਠ ਵੀ ਹੋ ਜਾਂਦਾ। ਪਰ ਜਦੋਂ ਤੁਸੀਂ ਇਹ ਕਹਿ ਦਿਓ ਤਲਾਕ, ਤੇ ਫਿਰ ਕਿਸੇ ਨੂੰ ਕਿੰਨਾ ਹਾਰਟ ਹੋਏਗਾ ਜਿਹਦੇ ਕੋਲ ਆਪਣਾ ਅਧਿਕਾਰ ਹੀ ਨਹੀਂ ਹੈ ਹੁਣ ਕਿ ਉਹ ਕਿਸੇ ਜਾ ਕੇ ਦਰਵਾਜ਼ਾ ਖਟਖਟਾ ਸਕੇ ਔਰ ਕਾਨੂੰਨ ਉਹਦੀ ਮਦਦ ਕਰ ਸਕੇ। ਸੋ ਬੜਾ ਮਹੱਤਵਪੂਰਨ, ਬਿਲਕੁਲ ਚੰਗਾ ਬਿੱਲ ਹੈ। ਔਰ ਵੱਡੀ ਸਮੱਸਿਆ ਇੱਥੇ ਜੇ ਟਿੱਪਣੀ ਕਰਨੀ ਬਣਦੀ ਹੈ ਕਿ ਵੱਡੀ ਸਮੱਸਿਆ ਇਹ ਨਹੀਂ ਹੈ ਕਿ ਇਹ 3 ਸ਼ਬਦ ਜਿਹੜੇ ਆ ਉਹ ਬਹੁਤ ਖਰਾਬ ਸ਼ਬਦ ਨੇ ਤੇ ਇਹ ਬੋਲੇ ਨਹੀਂ ਜਾਣੇ ਚਾਹੀਦੇ। ਵੱਡੀ ਸਮੱਸਿਆ ਇਹ ਹੈ ਕਿ ਇਹ 3 ਸ਼ਬਦਾਂ ਦਾ ਇਸਤੇਮਾਲ ਜਿਸ ਤਰੀਕੇ ਨਾਲ ਮਰਦ ਪ੍ਰਧਾਨ ਸਮਾਜ ਕਰਦਾ ਹੈ ਉਹ ਬਹੁਤ ਗਲਤ ਹੈ। ਔਰ ਉਹ ਸਿੱਧੇ ਤੌਰ ਤੇ ਕਹਿ ਸਕਦੇ ਹਾਂ ਕਿ ਔਰਤ ਦੀ ਸਥਿਤੀ ਨੂੰ ਤਰਾਸਦਿਕ ਬਣਾਉਣ ਦੇ ਵਿੱਚ ਜ਼ਿੰਮੇਵਾਰ ਸਾਬਤ ਹੁੰਦਾ ਹੈ। ਜੇ ਇਨ੍ਹਾਂ ਹੀ ਸ਼ਬਦਾਂ ਦਾ ਇਸਤੇਮਾਲ ਕਾਨੂੰਨੀ ਨੁਕਤੋ ਨਿਗਾਹ ਨਾਲ ਕੀਤਾ ਜਾਵੇ, ਜਾਂ ਇਹਦੇ ਉੱਤੇ ਕੁਝ ਸ਼ਰਤਾਂ ਲਗਾ ਦਿੱਤੀਆਂ ਜਾਣ ਕਿ ਭਾਈ ਜੇ ਇਹ 3 ਸ਼ਬਦਾਂ ਦਾ ਇਸਤੇਮਾਲ ਕਰਨਾ ਤੇ ਤੁਹਾਨੂੰ ਆਹ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ, ਤੇ ਹੋ ਸਕਦਾ ਕਿ ਇਹ 3 ਸ਼ਬਦ ਵੀ ਬੁਰੇ ਨਾ ਲੱਗਣ। ਕਿਉਂਕਿ ਜ਼ਿੰਦਗੀ ਦੇ ਵਿੱਚ ਇਸ ਤਰੀਕੇ ਨਾਲ ਵੀ ਹੁੰਦੇ ਕਿ ਕਈ ਵਾਰੀ ਤੁਸੀਂ ਜਿਹਦੇ ਨਾਲ ਲੰਬਾ ਸਮਾਂ ਗੁਜ਼ਾਰਦੇ ਹੋ, ਇੱਕ ਸਮਾਂ ਆਉਂਦਾ ਤੁਹਾਨੂੰ ਲੱਗਦਾ ਕਿ ਨਹੀਂ ਸਾਨੂੰ ਥੋੜਾ ਜਿਹਾ ਪਰਾਂ ਹੋ ਜਾਣਾ ਚਾਹੀਦਾ ਇੱਕ ਦੂਜੇ ਤੋਂ, ਇਦਾਂ ਦੇ ਸਮੇਂ ਵੀ ਆਉਂਦੇ ਨੇ। ਪਰ ਜਦੋਂ ਤੁਸੀਂ ਇਸ ਸ਼ਬਦ ਨੂੰ ਹਥਿਆਰ ਦੇ ਰੂਪ ਦੇ ਵਿੱਚ ਇਸਤੇਮਾਲ ਕਰਦੇ ਹੋ ਆਪਣੇ ਮੁਫਾਦ ਲਈ, ਤੇ ਫਿਰ ਇਹੋ ਜਿਹੇ ਸ਼ਬਦਾਂ ਦੇ ਉੱਤੇ ਰੋਕ ਲੱਗਣੀ ਜਾਂ ਕਾਨੂੰਨ ਬਣਨੇ ਜਿਹੜੇ ਉਹ ਲਾਜ਼ਮੀ ਵੀ ਹੋ ਜਾਂਦੇ ਆ। ਉਮੀਦ ਰੱਖਦੇ ਆ ਬਿੱਲ ਜਿਹੜਾ ਉਹ ਆਏਗਾ ਔਰ ਉਸ ਬਿੱਲ ਦੇ ਉੱਤੇ ਮੋਹਰ ਵੀ ਲੱਗ ਸਕਦੀ ਹੈ ਤੇ ਮੁਸਲਿਮ ਸਮੁਦਾਇ ਦੀਆਂ ਔਰਤਾਂ ਨੂੰ ਹੱਕ ਜਾਂ ਇਨਸਾਫ ਜ਼ਰੂਰ ਮਿਲ ਸਕਦਾ ਹੈ। ਅਗਲੀ ਖਬਰ ਜਿਹੜੀ ਆ ਪੰਜਾਬ ਨਾਲ ਸੰਬੰਧਿਤ ਹੈ। ਬੀਬੀ ਰਜਿੰਦਰ ਕੌਰ ਭੱਠਲ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਨੇ, ਉਹਨਾਂ ਦੇ ਵੱਲੋਂ ਇੱਕ ਬੜਾ ਭਖਦਾ ਬਿਆਨ ਦਿੱਤਾ ਗਿਆ ਹੈ। ਭਖਦੀਆਂ ਖਬਰਾਂ ਦੇ ਵਿੱਚ ਅਸੀਂ ਉਹਨਾਂ ਦਾ ਬਿਆਨ ਜਿਹੜਾ ਲਵਾਂਗੇ। ਭਖਦਾ ਬਿਆਨ ਇਸ ਕਰਕੇ ਹੈ ਕਿਉਂਕਿ ਆਪਣੇ ਹੀ ਜਿਹੜੇ ਕਿਸੇ ਸਮੇਂ ਨਜ਼ਦੀਕੀ ਰਹਿਣ ਵਾਲੇ ਪ੍ਰਤਾਪ ਸਿੰਘ ਬਾਜਵਾ ਦੇ ਖਿਲਾਫ ਉਹਨਾਂ ਨੇ ਬਿਆਨਬਾਜ਼ੀ ਕੀਤੀ, ਉਹਨਾਂ ਦੇ ਅਸਤੀਫੇ ਨੂੰ ਲੈ ਕੇ, ਤੇ ਲੱਗਦੇ ਹੱਥ ਜਿਹੜਾ ਇੱਕ ਵੱਡੀ ਗੱਲ ਜਿਹੜੀ ਆ ਨਿਕਲ ਕੇ ਸਾਹਮਣੇ ਆਉਂਦੀ, ਉਹ ਇਹ ਕਹਿੰਦੇ ਆ ਕਿ ਮੈਂ ਲੋਕ ਸਭਾ ਦੀਆਂ ਜਿਹੜੀਆਂ 2019 ਦੀਆਂ ਚੋਣਾਂ ਹੋਣਗੀਆਂ, ਉਹਨਾਂ ਚੋਣਾਂ ਦੇ ਵਿੱਚ ਸੰਗਰੂਰ ਤੋਂ ਚੋਣ ਲੜਨ ਦੀ ਚਾਹਵਾਨ ਹੈ ਜੇ ਪਾਰਟੀ ਮੈਨੂੰ ਟਿਕਟ ਦੇਗੀ। ਜਾਂ ਉਹਨਾਂ ਨੇ ਆਪਣੀ ਇੱਛਾ ਜ਼ਾਹਰ ਕੀਤੀ ਹੈ। ਔਰ ਜਿਸ ਤਰੀਕੇ ਦਾ ਤੁਸੀਂ ਇਸ਼ਾਰਾ ਕਰ ਹੀ ਦਿੱਤਾ ਸੀਗਾ ਕਿ 1-2 ਦਿਨ ਪਹਿਲਾਂ ਹੀ ਉਹਨਾਂ ਨੇ ਬਾਜਵਾ ਹੋਰਾਂ ਨੂੰ ਆਪਣਾ ਅਸਤੀਫੇ ਦੀ ਨੂੰ ਮੀਡੀਆ 'ਚ ਪ੍ਰਚਾਰਨ ਦੇ ਉੱਤੇ ਥੋੜਾ ਜਿਹਾ ਉਹਨਾਂ ਨੂੰ ਸਖਤ ਹੋ ਕੇ ਕੁਝ ਕਹਿਣਾ, ਉਹ ਵੀ ਮੀਡੀਆ ਦੇ ਰਾਹੀਂ ਕਹਿਣਾ, ਉਹ ਇੱਕ ਨਿਸ਼ਾਨਦੇਹੀ ਕਰਦੀ ਹੈ ਉਹਨਾਂ ਦੀ ਇੱਛਾ ਦੀ, ਜਿਹੜੀ ਉਹਨਾਂ ਨੇ ਫਟਾਫਟ ਹੀ ਅੱਜ ਕੱਲ ਪ੍ਰਗਟ ਕਰ ਦਿੱਤੀ, ਜਿਹੜੀ ਅੱਜ ਪ੍ਰੈਸ ਦੇ ਵਿੱਚ ਅਖਬਾਰਾਂ 'ਚ ਆਈ ਹੈ। ਔਰ ਉਹਨਾਂ ਨੇ ਨਾਲ ਦਾਅਵੇ ਦੇ ਨਾਲ ਦੱਸ ਵੀ ਦਿੱਤਾ ਹੈ ਕਿ ਮੈਂ ਰਸੂਖ ਵਾਲੀ ਕੈਂਡੀਡੇਟ ਹਾਂ, ਮੈਂ ਜਿੱਤਣ ਵਾਲੀ ਕੈਂਡੀਡੇਟ ਹੀ ਹਾਂ। ਔਰ ਉਹਨਾਂ ਨੇ ਬੜੇ ਤਨਜ਼ ਦੇ ਨਾਲ
ਕਿਹਾ ਆ ਵੀ ਮੈਂ ਜਿਸ ਵੇਲੇ ਪੀਪੀਪੀ ਚ ਸਾਨੂੰ ਭਗਵੰਤ ਮਾਨ ਹੋਰਾਂ ਨੂੰ ਮੈਂ ਇੱਥੋਂ ਭਜਾਇਆ, ਲਹਿਰਾ ਗਾਗਾ ਹਲਕੇ ਤੋਂ ਭਜਾਇਆ ਔਰ ਹਰਾਇਆ, ਔਰ ਮੇਰੇ ਮਾਪੇ ਤੇ ਮੇਰੇ ਪੇਕੇ ਵੀ ਸੰਗਰੂਰ ਸੀਟ 'ਚ ਹੀ ਪੈਂਦੇ ਹਨ। ਹਾਲਾਂਕਿ ਇਸ ਵਾਰ ਦੀਆਂ ਵਿਧਾਨ ਸਭਾ ਚੋਣਾਂ ਖੁਦ ਹਾਰ ਗਏ ਪਰ ਹੁਣ ਸੰਗਰੂਰ ਸੀਟ ਬਾਰੇ ਉਹਨਾਂ ਨੇ ਕੁਝ ਪੋਜ਼ਿਟਿਵ ਸਾਈਨ ਜਿਹੜੇ ਉਹਨਾਂ ਦੇ ਪੱਖ 'ਚ ਜਾਂਦੇ ਨੇ ਉਹ ਵੀ ਮੀਡੀਆ ਦੇ ਸਾਹਮਣੇ ਉਹਨਾਂ ਨੇ ਪੇਸ਼ ਕੀਤੇ ਨੇ। ਪਰ ਮੈਨੂੰ ਲੱਗਦਾ ਤੁਸੀਂ ਕਿਹਾ ਨਾ ਭਖ ਦੀਆਂ ਖਬਰਾਂ 'ਚ ਭਖ ਦਾ ਬਿਆਨ ਹੈ, ਮੈਨੂੰ ਲੱਗਦਾ ਹੁਣ ਇਹ ਲੋਕ ਕੁਝ ਠੰਡੇ ਪੈ ਗਏ ਨੇ। ਕਾਂਗਰਸ ਦੇ ਵਿੱਚ ਕੁਝ ਚਿਹਰੇ ਜਿਹੜੇ ਨੇ ਨਾ ਉਹਨਾਂ ਦਾ ਕੋਈ ਬਹੁਤਾ ਮੈਨੂੰ ਅਸਰ ਪੰਜਾਬ ਤੇ ਨਜ਼ਰ ਆ ਨਹੀਂ ਰਿਹਾ। ਹਾਲਾਂਕਿ ਬੀਬੀ ਭੱਟਰ ਹੋਣਾ ਦਾ ਬੜਾ ਵਜਕਾ ਰਿਹਾ ਆ ਕਿਸੇ ਵੇਲਿਆਂ ਦੇ ਵਿੱਚ। ਹੌਲੀ ਹੌਲੀ ਜਿਵੇਂ ਪਾਰਟੀ ਦੇ ਵਿੱਚੋਂ ਵੀ ਜਾਂ ਜਿਸ ਤਰੀਕੇ ਦੇ ਨਾਲ ਉਹ ਹਾਰ ਗਏ ਜਾਂ ਜਿਸ ਤਰੀਕੇ ਦੇ ਨਾਲ ਉਹਨਾਂ ਵੱਲੋਂ ਕੋਠੀ ਨਾ ਅਸੀਂ ਛੱਡੀ ਜਾ ਰਹੀ ਸਰਕਾਰੀ ਕੋਠੀ, ਇਸ ਤਰੀਕੇ ਦੀਆਂ ਗੱਲਾਂ ਆ ਜਾਣਗੀਆਂ ਪਾਰਟੀ ਦੇ ਵਿੱਚ ਜਾਂ ਫਿਰ ਪਾਰਟੀ ਗਰੁੱਪਾਂ ਦੇ ਵਿੱਚ ਕਿਸੇ ਧੜੇ ਦੇ ਨਾਲ, ਜਿਹੜੇ ਧੜੇ ਵੱਲ ਤੁਸੀਂ ਆਪ ਇਸ਼ਾਰਾ ਕੀਤਾ ਹੈ ਕਿ ਉਹਦੇ ਨਾਲ ਉਹ ਰਹੇ ਹੈਗੇ ਆ, ਜਾਂ ਜਿਵੇਂ ਅਸੀਂ ਦੇਖਦੇ ਹਾਂ ਇਹਨਾਂ ਦੇ ਪ੍ਰਧਾਨ ਰਹੇ ਹੋਏ ਨੇ ਮਹਿੰਦਰ ਸਿੰਘ ਕੇਪੀ ਹੋਰੀ ਨੇ ਹਨਾ, ਉਹ ਕਿਤੇ ਨਜ਼ਰ ਨਹੀਂ ਆਉਣਗੇ। ਮੰਤਰੀ ਵੀ ਰਹੇ, ਪ੍ਰਧਾਨ ਵੀ ਰਹੇ ਕਾਂਗਰਸ ਦੇ, ਦੂਲੋ ਹੋਰੀ ਨੇ, ਕੁਛ ਇਸ ਤਰ੍ਹਾਂ ਦੇ। ਮੈਨੂੰ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਹੁਣ ਪੁਰਾਣੇ ਚਿਹਰਿਆਂ ਦਾ ਨਾ ਕੋਈ ਰਸੂਖ ਰਿਹਾ ਨਹੀਂ ਹੈ। ਜਾਂ ਇੱਥੇ ਇੱਕ ਨੁਕਤਾ ਇਹ ਵੀ ਵਿਚਾਰਿਆ ਜਾ ਸਕਦਾ, ਇਸ ਤਰੀਕੇ ਨਾਲ ਵੀ ਦੇਖਿਆ ਜਾ ਸਕਦਾ ਹੈ ਕਿ ਮੌਜੂਦਾ ਜਿਨ੍ਹਾਂ ਚਿਹਰਿਆਂ ਦੀ ਤੁਸੀਂ ਗੱਲ ਕਰਦੇ ਹੋ, ਮੌਜੂਦਾ ਹਾਲਾਤਾਂ ਦੇ ਵਿੱਚ ਸ਼ਮਸ਼ੇਰ ਸਿੰਘ ਦੂਲੋ ਦੀ ਗੱਲ ਕਰ ਲਈ, ਉਹਨਾਂ ਨੂੰ ਰਾਜ ਸਭਾ ਭੇਜ ਦਿੱਤਾ ਗਿਆ, ਉਹ ਵੀ ਵਿਰੋਧੀ ਸੁਰ ਚੱਕਣ ਵਾਲਾ ਸੀਗਾ। ਪ੍ਰਤਾਪ ਸਿੰਘ ਬਾਜਵਾ ਜੇ ਕੈਪਟਨ ਦੇ ਖਿਲਾਫ ਆਵਾਜ਼ ਚੁੱਕਦਾ ਸੀ, ਉਹਨਾਂ ਨੂੰ ਰਾਜ ਸਭਾ ਭੇਜ ਦਿੱਤਾ ਗਿਆ। ਤੇ ਸੁਨੀਲ ਜਾਖੜ ਹੋਰੀ ਜੇ ਵਿਧਾਨ ਸਭਾ ਚੋਣਾਂ ਹਾਰ ਗਏ ਸੀਗੇ, ਚੰਗੇ ਕੱਦਾਵਰ ਨੇਤਾ ਸੀਗਾ, ਤੇ ਉਹਨਾਂ ਨੂੰ ਜ਼ਿਮਨੀ ਚੋਣ ਲੜਾ ਕੇ ਗੁਰਦਾਸਪੁਰ ਦੀ ਉਹਨਾਂ ਨੇ ਜਿੱਤ ਲਈ ਤੇ ਉਹ ਲੋਕ ਸਭਾ ਦੇ ਵਿੱਚ ਚਲੇ ਗਏ, ਸਾਂਸਦ ਬਣ ਗਏ। ਰਹਿੰਦੀ ਖੁੰਦੀ ਕਸਰ ਜਿਹੜੀ ਹੁਣ ਬੀਬੀ ਭੱਟਲ ਉਹਨਾਂ ਤੇ ਰਹਿ ਗਈ ਸੀਗੀ, ਉਹ ਨਾ ਆਰਦੇ ਰਹੇ ਸੀ, ਨਾ ਪਾਰਦੇ ਰਹੇ ਸੀਗੇ, ਨਾ ਵਿਧਾਇਕ ਰਹੇ ਸੀਗੇ, ਤੇ ਨਾ ਅੱਗੇ ਉਹਨਾਂ ਨੂੰ ਕੁਝ ਨਜ਼ਰ ਆਉਂਦਾ ਸੀ। ਇਸ ਕਰਕੇ ਉਹ ਦੁਬਾਰਾ ਫਿਰ ਆਪਣੀ ਹੋਂਦ ਜਤਾਉਣ ਲਈ, ਆਪਣਾ ਦਮਖਮ ਦਿਖਾਉਣ ਲਈ ਇਦਾਂ ਦੀ ਬਿਆਨਬਾਜ਼ੀ ਕਰ ਰਹੇ। ਪ੍ਰਤਾਪ ਸਿੰਘ ਬਾਜਵਾ ਦੇ ਮਾਮਲੇ ਦਾ ਸਹਾਰਾ ਲੈ ਰਹੇ ਆ। ਪਰ ਇਹ ਜਿਹੜੇ ਤੁਸੀਂ ਸਾਰੇ ਨੁਕਤੇ ਵਿਚਾਰੇ ਆ ਨਾ, ਇਹਨਾਂ ਨੂੰ ਇੱਧਰਲੀ ਰਾਜਨੀਤੀ ਪੰਜਾਬ ਦੀ ਚੋਂ ਪੁੱਟ ਕੇ ਤੇ ਸੈਂਟਰ ਦੇ ਵਿੱਚ ਲੈ ਜਾਣ ਵਾਲੀ ਰਾਜਨੀਤੀ ਬੜੀ ਖਤਰਨਾਕ ਰਾਜਨੀਤੀ ਹੁੰਦੀ ਹੈ। ਪਰ ਉਹਦੇ ਤੋਂ ਇੱਕ ਮੈਨੂੰ ਲੱਗਦਾ ਹੈ ਕਿ ਕਾਂਗਰਸ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ 'ਚ ਨਹੀਂ ਚੁਫੇਰੇ ਹੀ ਜਿਹੜਾ ਯੂਥ ਹੈ ਜਿਵੇਂ ਰਾਹੁਲ ਗਾਂਧੀ ਉਹਨਾਂ ਨੂੰ ਲਿਆਂਦੇ ਜਾਣ ਦੀ ਗੱਲ ਹੋ ਰਹੀ ਹੈ ਨਾ, ਤਾਂ ਮੈਨੂੰ ਲੱਗਦਾ ਯੂਥ ਨੂੰ ਔਰ ਜੋ ਰਾਹੁਲ ਗਾਂਧੀ ਦੀ ਇੱਕ ਸਮਝ ਹੈ ਲੰਬੇ ਸਮੇਂ ਤੋਂ ਮੈਂ ਦੇਖ ਰਿਹਾ, ਉਹਨਾਂ ਨੂੰ ਵਾਚ ਕਰ ਰਿਹਾ ਕਿ ਕਿਸ ਤਰੀਕੇ ਦਾ ਉਹ ਉਹਨਾਂ ਦਾ ਸਾਰਾ ਔਰਾ ਹੈ, ਜਾਂ ਉਹਨਾਂ ਦੇ ਸੋਚਣ ਦਾ ਅੰਦਾਜ਼ ਕੀ ਹੈ, ਉਹਨਾਂ ਦੇ ਕੰਮ ਕਰਨ ਦਾ ਅੰਦਾਜ਼ ਕੀ ਹੈ, ਕਿ ਇਸ ਪ੍ਰੋਸੈਸ 'ਚ ਕਿਵੇਂ ਪਾਉਂਦੇ ਨੇ ਉਸ ਸਾਰੇ ਮਾਮਲੇ ਨੂੰ, ਉਹ ਭਾਰਤ ਨੂੰ ਕਿਵੇਂ ਦੇਖ ਰਹੇ ਨੇ। ਸੋ ਮੈਨੂੰ ਲੱਗਦਾ ਉਹ ਯੂਥ ਦੇ ਵਿੱਚੋਂ ਕਾਫੀ ਉਹਨਾਂ ਨੂੰ ਨਾ ਇੱਕ ਸਰਗਰਮੀ ਨਜ਼ਰ ਆ ਰਹੀ ਹੈ, ਇੱਕ ਗਰਮੀ ਨਜ਼ਰ ਆ ਰਹੀ ਹੈ, ਇੱਕ ਉਮੀਦ ਨਜ਼ਰ ਆ ਰਹੀ ਹੈ। ਸੋ ਮੈਨੂੰ ਲੱਗਦਾ ਉੱਤੋਂ ਜਿਹੜੀਆਂ ਸਾਰੀਆਂ ਗੇਮਾਂ ਬਣਦੀਆਂ ਬੁੱਝਦੀਆਂ ਨੇ ਨਾ, ਉਹ ਜਗਦੀਆਂ ਨੇ, ਉਹ ਸਾਰੀ ਦੀਆਂ ਸਾਰੀਆਂ ਇਸ ਤਰੀਕੇ ਦੀਆਂ ਬਣਦੀਆਂ ਨਜ਼ਰ ਆਉਂਦੀਆਂ ਨੇ ਕਿ ਇਹਨਾਂ ਨੂੰ ਉੱਪਰ ਲੈ ਜਾਓ। ਈਵਨ ਕੈਪਟਨ ਹੋਰੀ ਵੀ ਲੋਕ ਸਭਾ ਲੈ ਗਿਆ ਸੀਗੇ ਉਹ ਤਾਂ, ਸੋ ਉਹ ਤਾਂ ਕਿ ਹੇਠਾਂ ਜਿਹੜਾ ਨਾ ਉਹ ਯੂਥ ਨੂੰ ਤਗੜਿਆ ਕੀਤਾ ਜਾ ਸਕੇ। ਮੈਨੂੰ ਲੱਗਦਾ ਉਹਨਾਂ ਨੇ ਕਈ ਮਤਲਬ ਮੀਟਿੰਗਾਂ ਦੇ ਵਿੱਚ ਤੁਹਾਨੂੰ ਹੋਏਗਾ ਯਾਦ ਕਿ ਯੂਥ ਨੂੰ ਜ਼ਿਆਦਾ ਸੁਣਿਆ ਸਮਝਿਆ। ਬੀਬੀ ਭੱਟਲ ਉਹਨਾਂ ਦੀ ਟੱਸਰਬਾਜ਼ੀ ਜਿਹੜੀ ਮਨਪ੍ਰੀਤ ਬਾਦਲ ਨਾਲ ਵੀ ਰਹਿੰਦੀ ਰਹੀ ਹੈ ਜਦੋਂ ਚੋਣਾਂ ਤੋਂ ਪਹਿਲਾਂ ਇਹਨਾਂ ਨੂੰ, ਕਿਉਂਕਿ ਜਿਹੜਾ ਮੈਨੀਫੈਸਟੋ ਬਣਾਉਣਾ ਸੀਗਾ ਉਸ ਕਮੇਟੀ ਦੇ ਮੈਂਬਰ ਬਣਾਇਆ ਸੀਗਾ ਮਨਪ੍ਰੀਤ ਬਾਦਲ ਤੇ ਬੀਬੀ ਭੱਟਲ ਉਹਨੇ ਇਕੱਠੇ ਹੀ ਲਗਭਗ ਜਿਹੜੇ ਵੀ ਵਿਭਾਗ ਵੱਲ ਨੂੰ ਜਾਂਦੇ ਸੀਗੇ, ਜਿਸ ਵੀ ਖੇਤਰ ਵੱਲ ਨੂੰ ਜਾਂਦੇ ਸੀਗੇ, ਤੇ ਉੱਥੇ ਲੋਕਾਂ ਨਾਲ ਮੀਟਿੰਗ ਕਰਕੇ ਪੁੱਛਦੇ ਸੀਗੇ ਕਿਹੜੀਆਂ ਮੁਸ਼ਕਲਾਂ ਆਉਂਦੀਆਂ, ਕਿੱਦਾਂ ਦਾ ਮੈਨੀਫੈਸਟੋ ਚਾਹੀਦਾ ਤੁਹਾਨੂੰ, ਕਿਹਦੇ ਨਾਲ ਫਾਇਦਾ ਹੋ ਸਕਦਾ ਸੀ। ਉਸ ਸਮੇਂ ਮਨਪ੍ਰੀਤ ਬਾਦਲ ਦੇ ਵਿਚਾਰਾਂ ਦੇ ਨਾਲ ਵੀ ਟੱਸਰਬਾਜ਼ੀ ਇਹਨਾਂ ਦੀ ਨਜ਼ਰ ਆਉਂਦੀ ਹੁੰਦੀ ਸੀ। ਤੁਸੀਂ ਉਸ ਵੇਲੇ ਦੇ ਜੇ ਉਹ ਟੱਸਰ ਨੂੰ ਜਾਂ ਉਹਨਾਂ ਦੇ ਬਿਆਨਾਂ ਨੂੰ ਤੁਸੀਂ ਦੇਖਦੇ ਆ ਨਾ, ਤੇ ਉਹ ਹਰੇ ਹੋਏ ਜਵਾਰੀਏ ਵਰਗੀ ਸੀ ਉਹ ਹਾਲਤ ਜਿਹੜੀ ਸੀ ਨਾ ਬੀਬੀ ਭੱਟਲ ਹੋਰਾਂ ਦੀ, ਉਹ ਹਰਿਆ ਜਵਾਰੀਆ ਨਹੀਂ ਹੁੰਦਾ ਉਹ ਬਿਆਨਬਾਜ਼ੀਆਂ ਸੀ ਉਸ ਵੇਲੇ ਦੀਆਂ ਕਿ ਜੀ ਮਨਪ੍ਰੀਤ ਨੇ ਇਹ ਕਹਤਾ, ਕਹਿੰਦੀ ਜਿਹਦਾ ਨਿੱਜੀ ਵਿਚਾਰ ਹੋਏਗਾ, ਸਾਡੀ ਪਾਰਟੀ ਦਾ ਇਹ ਵਿਚਾਰ ਨਹੀਂ ਹੈ। ਹਾਲਾਂਕਿ ਉਹ ਪਾਰਟੀ ਦਾ ਹੀ ਵਿਚਾਰ ਹੁੰਦਾ ਸੀਗਾ। ਮਤਲਬ ਜੇ ਉਹ ਦੂਸਰੀ ਪਾਰਟੀ ਚੋਂ ਆਏ ਸੀਗੇ ਪਰ ਉਹਨਾਂ ਨੂੰ ਜੇ ਇੰਨੀ ਜ਼ਿੰਮੇਵਾਰੀ ਵੱਡੀ ਦੇ ਦਿੱਤੀ ਸੀ, ਪਾਰਟੀ ਨੇ ਜ਼ਿੰਮੇਵਾਰੀ ਦਿੱਤੀ ਸੀ ਨਾ, ਤੇ ਫਿਰ ਜਦੋਂ ਪਾਰਟੀ ਦਾ ਕੋਈ ਬੰਦਾ ਬੋਲਦਾ ਉਹਦਾ ਨਿੱਜੀ ਥੋੜੀ ਵਿਚਾਰ ਹੁੰਦਾ। ਉਹ ਪਾਰਟੀ ਦਾ ਵੱਡਾ ਲੀਡਰ ਜਦੋਂ ਬੋਲਦਾ ਆ ਉਹਦਾ ਨਿੱਜੀ ਵਿਚਾਰ ਥੋੜੋ ਹੈ। ਮੰਨ ਲਓ ਪ੍ਰਤਾਪ ਸਿੰਘ ਬਾਜਵਾ ਹੋਰੀ ਬਿਆਨ ਦੇ ਰਹੇ ਨੇ ਜਾਂ ਸੁਨੀਲ ਜਾਖੜ ਹੋਰੀ ਜੇ ਇਸ ਟਾਈਮ ਬਿਆਨ ਦੇਣ, ਪ੍ਰਧਾਨ ਨੇ, ਉਹ ਨਿੱਜੀ ਬਿਆਨ ਥੋੜੀ ਹੋਏਗਾ ਉਹਨਾਂ ਦਾ, ਪ੍ਰਧਾਨ ਦਾ ਬਿਆਨ ਹੋਏਗਾ। ਬਾਜਵੇ ਦਾ ਬਿਆਨ ਸੰਸਦ ਮੈਂਬਰ ਦਾ ਬਿਆਨ ਹੋਏਗਾ ਉਹ।
ਕਾਂਗਰਸੀ ਸੰਸਦ ਮੈਂਬਰ ਦਾ ਬਿਆਨ ਹੋਏਗਾ, ਹੁਣ ਨਿੱਜੀ ਕੁਝ ਨਹੀਂ ਹੁੰਦਾ ਜੀ। ਹੈ। ਸੋ ਉਹ ਨਿੱਜੀ ਕਹਿੰਦੇ ਸੀਗੇ ਉਹਨਾਂ ਨੂੰ ਬਈ ਇਹ ਜੇ ਇਹ ਗੱਲ ਕਹੀ ਹੈ ਕਿ ਸਾਡੇ ਗੱਡੀਆਂ ਦੇ ਉੱਤੇ ਰੈੱਡ ਲਾਈਟ ਨਹੀਂ ਹੋਏਗੀ ਤੇ ਇਹ ਇਹਨਾਂ ਦਾ ਨਿੱਜੀ ਮਾਮਲਾ ਹੋ ਸਕਦਾ ਹੈ, ਜੀ, ਇਹ ਜੀ। ਪਾਰਟੀ ਦਾ ਮਸਲਾ ਨਹੀਂ ਹੈਗਾ। ਸੋ ਉਹ ਜਿਹੜੀ ਉਹ ਸੀ ਨਾ, ਉਹ ਇੱਕੋ ਲਾਈਨ 'ਚ ਤੁਸੀਂ ਅੰਡਰਸਟੈਂਡ ਕਰ ਜਾਓਗੇ ਕਿ ਉਹ ਹਰੇ ਜਵਾਰੀਏ ਵਰਗੀ ਸੀ। ਜੀ। ਔਰ ਇਸ ਤਰ੍ਹਾਂ ਦਾ ਹੁਣ ਬਿਆਨ ਆਉਣਾ ਵੀ ਤਾਂ ਹਾਲਾਂਕਿ ਕੋਈ ਹੋਰ ਕਵੇ ਕਿ ਯਾਰ ਉਹ ਦਮਖਮ ਵਾਲੇ ਨੇ, ਉਹ ਸੰਗਰੂਰ ਸੀਟ ਜਿੱਤ ਸਕਦੇ ਨੇ ਜੀ। ਤੇ ਉਹਨਾਂ ਦੇ ਆਹ ਕਾਰਨ ਨੇ, ਜਾਂ ਪਤਾ ਨਹੀਂ, ਮੈਂ ਤਾਂ ਕਹਿੰਦੀ ਕਿਸੇ ਪੱਤਰਕਾਰ ਨੂੰ ਕਹਿ ਕੇ ਉਹ ਐਨਾਲਿਸਿਸ ਲਵਾ ਦਿੰਦੇ ਜੀ। ਵੀ ਆਹ ਐਨਾਲਿਸਿਸ ਵੀ ਬਣ ਸਕਦਾ, ਆਹ ਗੇਮ ਵੀ ਬਣ ਜੀ। ਸਕਦਾ। ਆਪ ਆਣ ਕੇ ਕਹਿਣਾ ਵੇਲਾ ਵਿਆਹ ਚੁੱਕੇ ਲੀਡਰ ਵਾਂਗ ਹੀ ਮੈਨੂੰ ਤਾਂ ਲੱਗਾ ਉਹ। ਤੇ ਇਹ ਹੁਣ ਬੀਬੀ ਰਜਿੰਦਰ ਕੌਰ ਭੱਠਲ ਹੋਰਾਂ ਦਾ ਇਹ ਬਿਆਨ ਕਿੰਨਾ ਕੁ ਉਹਨਾਂ ਦੇ ਮਾਫਕ ਬੈਠਦਾ ਹੈ ਤੇ ਕਿੰਨਾ ਕੁ ਉਹਨਾਂ ਦੇ ਵਿਰੋਧ ਦੇ ਵਿੱਚ ਜਾਂਦਾ ਹੈ, ਇਹ ਵੀ ਫਿਲਹਾਲ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਏਗਾ। ਟਿਕਟ ਮਿਲਦੀ ਹੈ ਜਾਂ ਨਹੀਂ ਮਿਲਦੀ, ਟਿਕਟ ਦਿੱਤੀ ਜਾਂਦੀ ਜਾਂ ਨਹੀਂ ਦਿੱਤੀ ਜਾਂਦੀ, ਇਹ ਕਾਂਗਰਸ ਪਾਰਟੀ ਦਾ ਆਪਣਾ ਅੰਦਰੂਨੀ ਮਾਮਲਾ ਹੈ। ਪਰ ਫਿਲਹਾਲ ਉਹਨਾਂ ਦੇ ਬਿਆਨ ਨੇ ਇੱਕ ਚਰਚਾ ਜ਼ਰੂਰ ਛੇੜ ਦਿੱਤੀ ਹੈ ਕਿ ਸੰਗਰੂਰ ਤੋਂ ਕੀ ਉਹਨਾਂ ਨੂੰ ਇੰਨੀ ਜਿਹੜੀ ਮੁਸ਼ੱਕਤ ਕਰਨ ਤੋਂ ਬਾਅਦ, ਇੰਨੇ ਜਿੱਤ ਦੇ ਦਾਅਵੇ ਕਰਨ ਤੋਂ ਬਾਅਦ ਟਿਕਟ ਮਿਲੇਗੀ ਜਾਂ ਨਹੀਂ ਮਿਲੇਗੀ। ਇਹ ਜ਼ਰੂਰੀ ਇੱਕ ਸਵਾਲ ਹੈ। ਜਸਵੀਰ, ਮਜ਼ੇ ਦੀ ਗੱਲ ਮੈਂ ਦੱਸਦਾ, ਪੋਲੀਟੀਕਲ ਲੋਕਾਂ ਦੇ ਵਿੱਚ ਇਸ ਤਰੀਕੇ ਦਾ ਹੀ ਮਸਲਾ, ਉਹ ਮੰਨ ਲਓ ਜੇ ਪ੍ਰਧਾਨਗੀ ਦੀ ਗੱਲ ਹੈ ਕਿਸੇ ਦੀ, ਹੈ ਨਾ, ਮੰਨ ਲਓ ਬੀਜੇਪੀ ਦੀ ਪ੍ਰਧਾਨਗੀ ਦੀ ਗੱਲ ਹੈ ਜਾਂ ਕਾਂਗਰਸ ਦੀ ਪ੍ਰਧਾਨਗੀ ਦੀ ਗੱਲ ਹੈ ਸੂਬੇ ਲੈਵਲ ਦੇ ਉੱਤੇ, ਤੇ ਕਈ ਵਾਰੀ ਇਹ ਵੀ ਹੋ ਜਾਂਦਾ ਹੈ, ਇਹ ਪੋਲੀਟੀਕਲ ਲੋਕ ਕਰਦੇ ਨੇ, ਉਹ ਪੱਤਰਕਾਰ ਵੀ ਉਸ ਸ਼ਰਾਰਤਾਂ 'ਚ ਸ਼ਾਮਲ ਹੋ ਜਾਂਦੇ ਨੇ, ਉਸ ਕੌਨਸਪੀਰੇਸੀਆਂ 'ਚ ਵੀ ਸ਼ਾਮਲ ਹੋ ਜਾਂਦੇ ਨੇ, ਸ਼ਰਾਰਤਾਂ 'ਚ ਵੀ ਸ਼ਾਮਲ ਹੋ ਜਾਂਦੇ ਨੇ ਕਿ ਫਲਾਮ ਬੰਦੇ ਦਾ ਨਾਂ ਜਿਹੜਾ ਨਾ ਅਖਬਾਰਾਂ 'ਚ ਪਹੁੰਚਾ ਦਿਓ ਜੀ ਕਿ ਇਹ ਪ੍ਰਧਾਨ ਲਈ ਨਾ ਪੱਕਾ ਹੀ, ਇਹ ਤਾਂ ਹੈ ਹੀ ਹੈ ਤੇ ਉਹਦਾ ਮਤਲਬ ਹੋ ਜਾਂਦਾ ਵੀ ਹੁਣ ਇਹ ਨਹੀਂ ਹੈ, ਹੋਰ ਜਿਹੜਾ ਮਰਜ਼ੀ ਆਦਮੀ। ਸੋ ਇਸ ਤਰੀਕੇ ਦੇ ਵੀ ਕਈ ਉਹ ਚੱਲਦੇ ਹੁੰਦੇ ਨੇ, ਪਰ ਇਹ ਬੀਬੀ ਹੋਰਾਂ ਦਾ ਖੁਦ ਆਣ ਕੇ ਬਿਆਨ ਦੇਣਾ ਮੈਨੂੰ ਲੱਗਦਾ, ਦੇਖੋ ਪਰ ਅਜੇ ਲੰਬੀ ਦੂਰ ਹੈ ਅਜੇ ਦੂਰ ਹੈ, ਪਰ ਘੱਟੋ ਘੱਟ ਇੱਕ ਗੱਲ ਜ਼ਰੂਰ ਕੀਤੀ ਜਾ ਸਕਦੀ, ਜਿਸ ਤਰੀਕੇ ਨਾਲ ਉਹ ਪੇਕੇ ਸਹੁਰੇ ਹੋਣ ਦਾ ਦਾਅਵਾ ਕਰਕੇ ਇਹ ਕਹਿੰਦੇ ਕਿ ਮੈਂ ਜਿੱਤਾਂਗੀ ਇਸ ਸੰਗਰੂਰ ਲੋਕ ਸਭਾ ਹਲਕੇ ਤੋਂ, ਘੱਟੋ ਘੱਟ ਉਹਨਾਂ ਨੂੰ ਇਹ ਜ਼ਰੂਰ ਪਿਛਲ ਝਾਤ ਮਾਰ ਲੈਣੀ ਚਾਹੀਦੀ ਹੈ ਕਿ ਜੋ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਉਹਨਾਂ ਦੇ ਨਾਲ ਹੋਇਆ, ਉਹਨਾਂ ਹਾਲਾਤਾਂ ਦੇ ਵਿੱਚ ਏਡੀ ਛੇਤੀ ਉਹਨਾਂ ਨੂੰ ਜਿੱਤ ਦਾ ਦਾਅਵਾ ਜਿਹੜਾ ਉਹ ਨਹੀਂ ਕਰਨਾ ਚਾਹੀਦਾ। ਚੰਗੀ ਗੱਲ ਹੁੰਦੀ ਹੈ। ਫਿਲਹਾਲ ਜਿੱਤ ਦੇ ਦਾਅਵੇ ਜਿਹੜਾ 19 ਦੀਆਂ ਚੋਣਾਂ, ਇਹਨਾਂ ਦੇ ਬਾਰੇ ਗੱਲ ਕਰਦੇ ਆਪਾਂ ਗੁਜਰਾਤ ਦੀਆਂ ਚੋਣਾਂ ਦੀ ਜ਼ਰੂਰ ਗੱਲ ਕਰਾਂਗੇ, ਜਿੱਥੇ ਕਾਂਗਰਸ ਨੂੰ, ਇੱਥੇ ਭਾਵੇਂ ਪੰਜਾਬ 'ਚ ਕਾਂਗਰਸ ਦੇ ਲੀਡਰ ਇਦਾਂ ਦੀਆਂ ਬਿਆਨਬਾਜ਼ੀਆਂ ਕਰ ਰਹੇ, ਪਰ ਕਾਂਗਰਸ ਦੇ ਵਿੱਚ ਆਕਸੀਜਨ ਮਿਲ ਰਹੀ ਹੈ ਗੁਜਰਾਤ ਦੇ ਵਿੱਚੋਂ ਕਾਂਗਰਸ ਨੂੰ, ਕਿਉਂਕਿ ਜਿਹੜੇ ਪਾਰਟੀਦਾਰ ਨੇਤਾ ਨੇ ਹਾਰਦਿਕ ਪਟੇਲ, ਉਹਨਾਂ ਦੇ ਨਾਲ ਸਮਝੌਤਾ ਪੱਕੇ ਤੌਰ ਤੇ ਹੋ ਗਿਆ, ਸੀਟਾਂ ਨੂੰ ਲੈ ਕੇ ਵੀ, ਉਹਨਾਂ ਦੀਆਂ ਮੰਗਾਂ ਨੂੰ ਲੈ ਕੇ ਵੀ। ਪਿਛਲੇ ਦਿਨਾਂ ਦੇ ਵਿੱਚ ਬੜਾ ਮਸਲਾ ਭੱਗ ਗਿਆ ਸੀ, ਸਮਝੌਤਾ ਤੇ ਹੋ ਗਿਆ ਸੀ ਜਸਵੀਰ ਉਹਨਾਂ ਦਾ। ਮੈਨੂੰ ਲੱਗਦਾ ਉਹਨਾਂ ਨੇ 5 ਮੰਗਾਂ ਰੱਖੀਆਂ ਸੀਗੀਆਂ, 4 ਕਾਂਗਰਸ ਨੇ ਮੰਨ ਲਈਆਂ ਸੀਗੀਆਂ, ਇੱਕ ਰਹਿ ਗਈ ਸੀ। ਉਹਦਾ ਥੋੜਾ ਜਿਹਾ ਮਸਲਾ ਸੀਗਾ। ਸੈਕੰਡ ਸੀ ਕਿ ਜਿਸ ਦਿਨ ਸਮਝੌਤਾ ਹੋਇਆ ਸ਼ਾਮ ਤੱਕ, ਮਤਲਬ ਉਸ ਸਮਝੌਤੇ ਤੇ ਸਹੀ ਬੰਦ ਹੋਣ ਦੇ ਨਾਲ ਹੀ ਕਾਂਗਰਸ ਨੇ 77 ਆਪਣੇ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਸੀਗੀ, ਜਿਹਦੇ ਤੇ ਪਾਰਟੀਦਾਰ ਜਿਹੜੇ ਲੋਕ ਸੀਗੇ, ਉਹ ਪਾਰਟੀ ਨਾਲ, ਹਾਰਦਿਕ ਪਟੇਲ ਦੀ ਪਾਰਟੀ ਨਾਲ ਜੁੜੇ ਹੋਏ ਲੋਕ, ਉਹਨਾਂ ਨੇ ਬਹੁਤ ਵਿਰੋਧ, ਇੱਕ ਦੁਫਾੜ ਹੋਣ ਵਰਗੀ ਹਾਲਤ ਨਜ਼ਰ ਆਉਣ ਲੱਗ ਪਈ ਸੀ ਖਬਰਾਂ ਦੇ ਵਿੱਚ। ਸੋ ਉਹ ਠੰਡੌਲਾ ਹੋ ਗਿਆ ਉਹਨਾਂ ਦਾ, ਜਿਹਦੀ ਹਾਰਦਿਕ ਪਟੇਲ ਨੇ ਬਿਆਨ ਰਾਹੀਂ ਅਸੀਂ ਦੇਖ ਸਕਦੇ ਹਾਂ। ਔਰ ਉਹਨੇ ਕਿਹਾ ਹੈ ਕਿ ਅਸੀਂ ਕਿਸੇ ਵੀ ਤਰੀਕੇ ਦੀ ਸੀਟਾਂ ਦੀ ਮੰਗ ਨਹੀਂ ਹੈ ਸਾਡੀ, ਅਸੀਂ ਤੇ ਮੰਡਲ ਕਮਿਸ਼ਨ ਰਿਪੋਰਟ ਮੁਤਾਬਕ ਜਿਸ ਤਰੀਕੇ ਦੀ 50% ਰਿਜ਼ਰਵੇਸ਼ਨ ਵਾਲੀ ਗੱਲ ਉਹ ਲੈ ਕੇ ਆਉਂਦੇ ਨੇ, ਪਾਰਟੀਦਾਰ ਲੋਕਾਂ ਦੇ ਹਕੂਕ ਨੂੰ ਲੈ ਕੇ, ਹੱਕਾਂ ਨੂੰ ਲੈ ਕੇ। ਔਰ ਉਹਨਾਂ ਨੇ ਕਿਹਾ ਕਿ ਅਸੀਂ ਕਦੇ ਵੀ, ਮੈਂ ਬਕਾਊ ਮਾਲ ਨਹੀਂ ਹਾਂ, ਮੈਂ ਤੇ ਆਪਣੇ ਲੋਕਾਂ ਦੇ ਹੱਕਾਂ ਦੀ ਗੱਲ ਰੱਖਾਂਗਾ। 2.5 ਸਾਲ ਕਹਿੰਦੇ ਮੈਂ ਪਾਰਟੀ ਵੀ ਅਜੇ ਕੋਈ ਜੁਆਇਨ ਨਹੀਂ ਕਰਨੀ, ਅਜੇ ਪਾਰਟੀ ਵੀ ਕੋਈ ਜੁਆਇਨ ਨਹੀਂ ਕਰਨੀ ਹੈ। ਪਰ ਉਹਨਾਂ ਦਾ ਇਸ ਤਰੀਕੇ ਠੰਡੌਲਾ ਹੋ ਜਾਣਾ ਜਿਹੜਾ ਹੈ ਨਾ, ਉਹ ਕਾਂਗਰਸ ਵਾਸਤੇ ਬੜੀ ਵੱਡੀ ਖੁਸ਼ੀ ਵਾਲੀ ਖਬਰ ਹੈ। ਜਿਸ ਤਰੀਕੇ ਦਾ ਉਹ ਹੱਲਾ ਜਿਹਾ ਹੋ ਗਿਆ ਸੀਗਾ ਤੇ ਉੱਥੇ ਡਾਵਾਡੋਲਤਾ ਜਿਹੜੀ ਕੁਝ ਬਣ ਗਈ ਸੀ, ਸਥਿਤੀ ਬਣ ਗਈ ਸੀ। ਇੱਕ ਚੀਜ਼ ਹੋਰ ਇਹਦੇ ਨਾਲ ਮੈਂ ਜੋੜਨੀ ਚਾਹੁੰਦਾ, ਕਿਉਂਕਿ ਹਾਰਦਿਕ ਪਟੇਲ ਨੇ ਸਿੱਧੇ ਤੌਰ ਤੇ ਭਾਰਤੀ ਜਨਤਾ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਵੀ ਕਿਹਾ ਆ ਕਿ ਭਾਰਤੀ ਜਨਤਾ ਪਾਰਟੀ ਲਗਭਗ 200 ਕਰੋੜ ਰੁਪਇਆ ਖਰਚ ਰਹੀ ਹੈ ਜਿਹੜੇ ਆਜ਼ਾਦ ਉਮੀਦਵਾਰ ਆ ਉਹਨਾਂ ਨੂੰ ਕਾਂਗਰਸ ਦੀਆਂ ਵੋਟਾਂ ਤੋੜਨ ਲਈ, ਖੜਾ ਕਰਨ ਲਈ। ਹਾਂ, ਉਹਨਾਂ ਨੇ ਇਹ ਤੇ ਦੋਸ਼ ਲਾਇਆ ਨਾ, ਉਹਨਾਂ ਨੇ ਇਸ ਬਿਆਨ ਦੇ ਵਿੱਚ ਉਹਨਾਂ ਨੇ ਦੋਸ਼ ਲਾਇਆ। ਔਰ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਲੋਕਾਂ ਨੂੰ ਲੱਖ ਰੁਪਇਆ ਜਿਹੜਾ ਵੰਡਿਆ ਜਾ ਰਿਹਾ, ਵਿਤਰਿਤ ਕੀਤਾ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਵੱਲੋਂ, ਬੀਜੇਪੀ ਵੱਲੋਂ। ਸੋ ਇਹ ਉਹਨਾਂ ਨੇ ਦੋਸ਼ ਲਾਇਆ ਹੈ। ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕ ਬੜੇ ਸਮਝਦਾਰ ਹੁੰਦੇ ਨੇ। ਇਹ ਤਾਂ ਉਹਨਾਂ ਦਾ ਦੋਸ਼ ਹੈ ਨਾ, ਆਪਾਂ ਇਸ ਤਰੀਕੇ ਦੇ ਨਾਲ ਕਹਿ ਤਾਂ ਨਹੀਂ ਸਕਦੇ। ਪਰ ਉੱਥੋਂ ਜਿਹੜੀਆਂ ਆਵਾਜ਼ਾਂ ਆ ਰਹੀਆਂ ਨੇ
ਉਹ ਮੈਨੂੰ ਲੱਗਦਾ ਦੋਵੇਂ ਧਿਰਾਂ ਵੱਲੋਂ ਨਾ ਜੀ। ਪੈਸੇ ਦੀ ਜੋ ਹੈ ਵਾਹਵਾ ਖਰਚੇ ਵਾਲੀਆਂ ਆਵਾਜ਼ਾਂ ਕਨਸੋਆਂ ਆ ਰਹੀਆਂ ਨੇ। ਇਹ ਦੋਸ਼ ਦੇ ਵਿੱਚੋਂ ਵੀ ਤੁਸੀਂ ਇਸ ਗੱਲ ਦੀ ਹਮਕ ਤੁਹਾਨੂੰ ਆ ਜਾਏਗੀ ਕਿ ਉੱਥੇ ਪੈਸੇ ਦਾ ਜਿਹੜਾ ਇਸਤੇਮਾਲ ਜੀ ਕਿੱਡੀ ਵੱਡੀ ਪੱਧਰ ਤੇ ਕੀਤਾ ਜਾ ਇੱਥੇ ਵੱਡੀ ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਬਣ ਜਾਂਦੀ ਹੈ ਕਿ ਉਹ Naturally. ਕਿੱਦਾਂ ਨਜ਼ਰਸਾਨੀ ਰੱਖਦੀ ਹੈ ਇਸ Naturally. ਸਾਰੇ ਦੇ ਉੱਤੇ, Naturally. ਕਿਉਂਕਿ Naturally. ਜ਼ਿੰਮੇਵਾਰੀ ਚੋਣ ਕਮਿਸ਼ਨ ਦੀ ਬਣਦੀ ਹੈ ਕਿ ਇਹਨਾਂ ਚੋਣਾਂ ਨੂੰ ਬਿਨਾਂ ਕਿਸੇ ਪੱਖਪਾਤ ਤੋਂ ਬਿਨਾਂ ਕਿਸੇ ਭੈ ਤੋਂ ਜਿਹੜਾ ਨੇਪਰੇ ਚਾੜਿਆ ਜਾਵੇ, ਔਰ ਇਹਦੇ ਵਿੱਚ ਜਿਹੜੇ ਪੈਸੇ ਦੀ ਵਰਤੋਂ ਆ ਇੱਕ ਨਿਸ਼ਚਿਤ ਸੀਮਾ ਰੱਖੀ ਗਈ ਆ। ਉਸ ਨਿਸ਼ਚਿਤ ਸੀਮਾ ਤੋਂ ਵੱਧ ਜੇ ਪੈਸਾ ਖਰਚਿਆ ਜਾਂਦਾ ਹੈ ਜਾਂ ਫਿਰ ਟੇਢੇ ਰੂਪ ਦੇ ਵਿੱਚ ਵੋਟਰ ਨੂੰ ਪ੍ਰਭਾਵਿਤ ਕਰਨ ਲਈ ਪੈਸੇ ਦਾ ਇਸਤੇਮਾਲ ਕੀਤਾ ਜਾਂਦਾ, ਤੇ ਉਸ ਮਾਮਲੇ ਦੇ ਵਿੱਚ ਚੋਣ ਕਮਿਸ਼ਨ ਕਿੱਦਾਂ ਦੀ ਕਾਰਵਾਈ ਕਰਦਾ ਜਾਂ ਕਿੱਦਾਂ ਉਹਦੇ ਤੱਕ ਇਹ ਸਾਰੇ ਮਾਮਲੇ ਪਹੁੰਚਦੇ ਨੇ ਤੇ ਉਹਨਾਂ ਨੂੰ ਸਾਬਤ ਕਰਨ ਤੋਂ ਬਾਅਦ ਕੈਂਡੀਡੇਟ ਦੇ ਉੱਤੇ ਕਿੱਦਾਂ ਦੀ ਕਾਰਵਾਈ ਕੀਤੀ ਜਾਂਦੀ ਹੈ, ਇਹ ਫਿਲਹਾਲ ਦੇਖਣਾ ਦਿਲਚਸਪ ਹੋਵੇਗਾ। ਜ਼ਿੰਮੇਵਾਰੀ ਚੋਣ ਕਮਿਸ਼ਨ ਦੇ ਕੋਲ ਹੈ ਔਰ ਦਾਅ ਤੇ ਲੱਗੀ ਹੈ ਕਾਂਗਰਸ ਦੀ ਤੇ ਭਾਰਤੀ ਜਨਤਾ ਪਾਰਟੀ ਦੀ। ਸਾਫ਼ ਦੇਖਦੇ ਆ ਕਿ ਦੋਨਾਂ ਦੇ ਵਿੱਚੋਂ ਕੌਣ ਜਿਹੜਾ ਨਿੱਤਰ ਕੇ ਸਾਹਮਣੇ ਆਉਂਦਾ, ਕਿਹਨੂੰ ਲੋਕ ਜਿਹੜੇ ਆਪਣੇ ਸਿਰ ਅੱਖਾਂ ਤੇ ਚੱਕਦੇ ਨੇ ਤੇ ਕਿਹਨੂੰ ਇੱਕ ਵਾਰ ਫੇਰ ਅਕਲ ਦੇਣ ਦੀ ਜਿਹੜੀ ਆ ਉਹ ਗੱਲ ਕਰਦੇ ਨੇ। ਇਹ ਭਾਰਤੀ ਜਨਤਾ ਪਾਰਟੀ ਵੀ ਹੋ ਸਕਦੀ ਤੇ ਕਾਂਗਰਸ ਵੀ ਹੋ ਸਕਦੀ ਆ, ਜਾਂ ਫਿਰ ਇਦਾਂ ਵੀ ਹੋ ਸਕਦੀ ਹੈ ਕਈ ਵਾਰੀ ਪਰਿਸਥਿਤੀਆਂ ਉਲਟ ਵੀ ਬਣ ਜਾਂਦੀਆਂ ਨੇ, ਲਟਕਵੀਂ ਵੀ ਸਥਿਤੀ ਬਣ ਜਾਂਦੀ ਹੁੰਦੀ ਹੈ। ਕੋਈ ਵੀ ਸਥਿਤੀ ਬਣ ਸਕਦੀ ਹੈ, ਤਾਂ ਸੰਭਾਵਨਾ ਹੈ ਨਾ, ਇਹ ਤਾਂ ਭਵਿੱਖ ਦੇ ਗਰਭ 'ਚ ਪਿਆ ਹੈ। ਪਰ ਜਿਸ ਤਰੀਕੇ ਦੀਆਂ ਖਬਰਾਂ ਆ ਰਹੀਆਂ ਨੇ, ਕਾਂਗਰਸ ਦਾ ਹੱਥ ਉੱਪਰ ਨਜ਼ਰ ਆ ਰਿਹਾ ਉਹਨਾਂ ਦੇ ਵਿੱਚ। ਆਪਾਂ ਦਾਅਵੇ ਨਾਲ ਨਹੀਂ ਕਹਿ ਸਕਦੇ ਜੀ, ਪਰ ਪਾਰਟੀਦਾਰਾਂ ਦੇ ਨਾਲ ਰਲਣ ਨਾਲ ਮੈਨੂੰ ਲੱਗਦਾ ਉਹਨਾਂ ਨੂੰ ਹੋਰ ਹੁਲਾਰਾ ਮਿਲਿਆ ਹੈ ਜੀ। ਸੋ ਮਸਲੇ ਆਪਾਂ ਕਈ ਵਾਰ ਵਿਚਾਰੇ ਵੀ ਹੈ ਕਿ ਜੀਐਸਟੀ ਤੋਂ ਪਹਿਲਾਂ ਡੀਮੋਨਟਾਈਜੇਸ਼ਨ ਦਾ ਜੋ ਪ੍ਰਭਾਵ ਲੋਕਾਂ ਦੇ ਵਿੱਚ ਗਿਆ, ਜੋ ਉੱਥੇ ਦੇ ਵਪਾਰੀ ਤਬਕੇ ਦੇ ਵਿੱਚ ਗਿਆ, ਜੋ ਮਿਡਲ ਕਲਾਸ ਦੇ ਵਿੱਚ ਗਿਆ ਆਫਟਰ ਜੀਐਸਟੀ, ਤੇ ਇਸ ਤਰੀਕੇ ਦੇ ਨਾਲ ਅੱਜ ਆਪਣੇ ਮਨਪ੍ਰੀਤ ਬਾਦਲ ਆਪਣੇ ਵਿੱਤ ਮੰਤਰੀ ਹੋਰੀ ਤੜਫੇ ਨੇ ਕਿ ਸਾਡਾ 3600 ਕਰੋੜ ਰੁਪਈਆ ਖੜ ਗਿਆ ਹੈ। ਸੋ ਬਹੁਤ ਸਾਰੇ ਸੂਬਿਆਂ ਦਾ ਇਸ ਤਰੀਕੇ ਦੇ ਨਾਲ ਸੈਂਟਰ ਦੇ ਵਿੱਚ ਨੈਚੁਰਲੀ ਆ, ਗੁਜਰਾਤ ਦਾ ਵੀ ਮਾਮਲਾ ਉੱਥੇ ਵਿਚਾਰਿਆ ਜਾ ਰਿਹਾ ਹੋਏਗਾ ਜਾਂ ਵਿਚਾਰਿਆ ਜਾਵੇਗਾ ਜਾਂ ਲੋਕਾਂ ਦੇ ਪ੍ਰਭਾਵ ਤਾਂ ਹੋਏਗਾ ਹੀ। ਸੋ ਹਾਲ ਦੀ ਘੜੀ ਇਹ ਕਿਹਾ ਜਾ ਸਕਦਾ ਹੈ, ਤੇਲ ਦੇਖੋ ਤੇਲ ਦੀ ਧਾਰ ਦੇਖੋ, ਇਹ ਫਿਲਹਾਲ ਦੀ ਘੜੀ ਜਿਹੜਾ ਉਹ ਕਿਹਾ ਜਾ ਸਕਦਾ ਹੈ। ਪਰ ਇਧਰ ਦੂਜੇ ਪਾਸੇ ਫਿਲਮ ਪਦਮਾਵਤੀ ਨੂੰ ਲੈ ਕੇ ਅਜੇ ਵੀ ਵਿਵਾਦ ਜਿਹੜਾ ਜਾਰੀ ਹੈ। ਤਕਰੀਬਨ ਰੋਜ਼ਾਨਾ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਫਿਲਮ ਦਾ ਜ਼ਿਕਰ ਵੀ ਕਰਦੇ ਹਾਂ, ਚਰਚਾ ਵੀ ਹੁੰਦੀ ਹੈ, ਕੁਝ ਨਵੇਂ ਪਹਿਲੂ ਵੀ ਇਹਦੇ ਨਾਲ ਜੁੜਦੇ ਨੇ। ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹਦੀ ਖਾਸੀ ਜਿਹੜੀ ਚਰਚਾ ਹੋ ਰਹੀ ਹੈ ਫਿਲਮ ਪਦਮਾਵਤੀ ਦੀ, ਔਰ ਲੱਗਦੇ ਹੱਥ ਮੈਂ ਦੇਸਰਾਜ ਕਾਲੀ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਬਿਆਨ ਇੱਕ ਵਾਰੀ ਫੇਰ ਵਿਚਾਰਨਾ ਚਾਹੁੰਦਾ, ਜਿਹਦੇ ਉੱਤੇ ਅਸੀਂ ਕੱਲ ਵੀ ਚਰਚਾ ਕੀਤੀ ਸੀਗੀ। ਹੁਣ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਹੈ ਕਿ ਮੇਰੇ ਬਿਆਨ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੈਂ ਪੰਜਾਬ ਦੇ ਵਿੱਚ ਫਿਲਮ ਦੇ ਉੱਤੇ ਰੋਕ ਲਾਉਣ ਦੀ ਗੱਲ ਨਹੀਂ ਕੀਤੀ, ਹਾਂ ਮੈਂ ਇਤਿਹਾਸ ਨੂੰ ਤੋੜਨ ਮਰੋੜਨ ਦੀ ਗੱਲ ਜ਼ਰੂਰ ਕੀਤੀ ਸੀ ਕਿ ਇਹ ਨਹੀਂ ਹੋਣਾ ਚਾਹੀਦਾ। ਨੈਚੁਰਲੀ ਔਰ ਹਰਿਆਣੇ ਦੇ ਮੰਤਰੀ ਉੱਤੇ FIR ਲਾਂਚ ਹੋ ਗਈ ਹੈ, ਜਿਨ੍ਹਾਂ ਨੇ ਕਿਹਾ ਸੀਗਾ ਕਿ ਉਹਦਾ ਸਿਰ ਵੱਢ ਕੇ ਲਿਆਉਣ ਵਾਲੇ ਨੂੰ ਮੈਂ ਇੰਨੇ ਕਰੋੜ ਰੁਪਈਆ ਦੇਵਾਂਗਾ। ਔਰ ਕੈਪਟਨ ਹੋਰੀ ਵੀ ਆਪਣੇ ਬਿਆਨ ਤੋਂ ਪਾਸਾ ਮਰੋੜ ਕੇ ਲੰਘ ਗਏ ਆ। ਹਾਲਾਂਕਿ ਉਹਨਾਂ ਦਾ ਬਿਆਨ ਦਾ ਭਾਵ ਜਿਹੜਾ ਨਾ ਉਹ ਸਾਫ਼ ਸੀ, ਤੇ ਜਿਹਦੇ ਵਿੱਚ ਮੈਂ ਇਹ ਦੇਖ ਰਿਹਾ ਸੀਗਾ ਕਿ ਉਹਨਾਂ ਦੀ ਜਿਹੜੀ ਸਾਈਕੋਲੋਜੀ ਹੈ, ਜਿਸ ਤਰੀਕੇ ਦੀ ਉਹ ਫਿਊਡਲ ਪੂਰੀ ਪਰਵਰਿਸ਼ ਚੋਂ ਪੂਰੀ ਟ੍ਰੈਡੀਸ਼ਨ ਚੋਂ ਆਏ ਹੋਏ ਨੇ, ਉਹ ਉੱਥੋਂ ਹੀ ਬੋਲ ਰਹੇ ਸੀਗੇ, ਕਿਤੇ ਨਾ ਕਿਤੇ ਉੱਥੋਂ ਬੋਲੇ ਸੀਗੇ ਉਹ ਉਸ ਟ੍ਰੈਡੀਸ਼ਨ ਚੋਂ ਅੱਜ ਉਹ ਪਿੱਛੇ ਨਹੀਂ ਹੋ ਗਏ ਹੈ। ਸਵੀਰ ਬੜੀ ਮਹੱਤਵਪੂਰਨ ਗੱਲ ਜਿਹੜੀ ਸੋਸ਼ਲ ਮੀਡੀਆ ਵਾਲੀ ਹੈ ਕਿ ਅੱਜ ਸੋਸ਼ਲ ਮੀਡੀਆ ਨੂੰ ਨਾ ਅਸੀਂ ਗੋਲਦੇ ਆ। ਹਾਲਾਂਕਿ ਸੋਸ਼ਲ ਮੀਡੀਆ ਤੇ ਕੋਈ ਇੰਨੇ ਕਈ ਵਾਰੀ ਤੱਥ ਜਿਹੜੇ ਨੇ ਉਹ ਕਿਲ ਕੀਤੇ ਜਾਂਦੇ ਨੇ, ਮਾਰੇ ਜਾਂਦੇ ਨੇ। ਉਹਨਾਂ ਸਾਰਿਆਂ ਦੇ ਵਿੱਚੋਂ ਨਾ ਕੁਝ ਪਦਮਾਵਤੀ ਦੇ ਫੇਵਰ ਚ ਆ ਰਹੇ ਨੇ, ਕੁਝ ਇਹ ਕਰ ਰਹੇ। ਇੱਕ ਬਹੁਤ ਮਹੱਤਵਪੂਰਨ ਜੋ ਵਾਇਰਲ ਹੋਇਆ ਹੈ WhatsApp ਤੇ, ਉਹ ਅੰਕੜੇ ਨੇ। ਮੈਂ ਉਹ ਅੰਕੜੇ ਕਈ ਤੱਥਾਂ ਤੋਂ ਵਾਕਫ ਹਾਂ, ਅਖਬਾਰਾਂ ਖਬਰਾਂ ਤੋਂ ਪੜ੍ਹਦਿਆਂ ਰਹਿਣ ਦੇ। ਉਹ ਕਹਿੰਦੇ ਨੇ ਕਿ ਜਿਹੜੇ ਰਾਜਸਥਾਨ ਬਾਰੇ ਹੈ ਉਹ ਅੰਕੜਾ ਕਿ ਜਿਹੜਾ ਰਾਜਸਥਾਨ ਪਦਮਾਵਤੀ ਇੱਕ ਔਰਤ ਦੇ ਨਾਤੇ ਉਹਦੀ ਇੱਜ਼ਤ ਹੱਦ ਤੱਕ ਦੀਆਂ ਗੱਲਾਂ ਕਰ ਰਿਹਾ ਹੈ, ਉੱਥੇ 47% ਔਰਤਾਂ ਅਨਪੜ੍ਹ ਨੇ, 50% ਔਰਤਾਂ ਦਾ 19 ਸਾਲ ਦੇ ਵਿੱਚ ਵਿਆਹ ਕਰ ਦਿੱਤਾ ਜਾਂਦਾ ਹੈ, 43% ਜਿਹੜੀਆਂ ਕੁੜੀਆਂ ਆ ਉਹ ਕਾਨੂੰਨਨ ਉਮਰ ਵੀ ਪੂਰੀ ਨਹੀਂ ਕਰਦੀਆਂ, ਯਾਨੀ 18 ਸਾਲ ਦੀਆਂ ਵੀ ਨਹੀਂ ਹੁੰਦੀਆਂ, ਔਰ ਉਹਨਾਂ ਦੀ ਮੈਰਿਜ ਕਰ ਦਿੱਤੀ ਜਾਂਦੀ ਹੈ। ਔਰ 1000 ਮਰਦ ਦੇ ਪਿੱਛੇ 883 ਲੜਕੀਆਂ ਨੇ ਰਾਜਸਥਾਨ ਦੇ ਵਿੱਚ। ਇਹ ਕਿਹੜੇ ਔਰਤ ਦੇ ਸਨਮਾਨ ਦੀ ਗੱਲ ਕਰ?
ਪਰ ਮਸਲਾ ਇੱਥੇ ਇਹ ਹੈ ਕਿ ਪਦਮਾਵਤੀ ਰਾਣੀ ਸੀਗੀ ਤੇ ਇਹ ਜਿਨ੍ਹਾਂ ਦੀ ਔਰਤਾਂ ਦੀ ਤੁਸੀਂ ਗੱਲ ਕੀਤੀ ਉਹ ਆਮ ਔਰਤਾਂ ਸੀਗੀਆਂ। ਇੱਥੇ ਇਸ ਤਰੀਕੇ ਨਾਲ ਵਿਚਾਰਿਆ ਜਾ ਸਕਦਾ ਕਿ ਨਜ਼ਰੀਆ ਜਿਹੜਾ ਉਹ ਕਈ ਵਾਰੀ ਅਹੁਦਾ ਦੇਖ ਕੇ ਵੀ ਬਦਲ ਜਾਂਦਾ ਆ। ਇੱਜ਼ਤ ਆਬਰੂ ਸਿਰਫ ਅਹੁਦੇ, ਉੱਚੇ ਅਹੁਦੇ ਵਾਲਿਆਂ ਦੀ ਜਾਂ ਰਾਜੇ ਮਹਾਰਾਜਾ ਦੀ ਮੰਨੀ ਜਾਂਦੀ ਹੈ, ਬਾਕੀ ਰਾਜਸਥਾਨ ਦੇ ਜਿਹੜੇ ਆਮ ਪਬਲਿਕ ਹੈ ਜਾਂ ਆਮ ਔਰਤਾਂ ਹੈ ਉਹਨਾਂ ਵੱਲ ਧਿਆਨ ਨਹੀਂ ਜਾਂਦਾ। ਪਰ ਫਿਰ ਵੀ ਅਸੀਂ ਇਹੀ ਕਹਿੰਦੇ ਆ ਕਿ ਇਤਿਹਾਸ ਦੇ ਨਾਲ ਤੋੜਨ ਮਰੋੜਨ ਵਾਲੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਹੋਣੀ ਚਾਹੀਦੀ, ਤੇ ਨਾ ਹੀ ਬਿਨਾਂ ਕਿਸੇ ਗੱਲ ਨੂੰ ਦੇਖਿਆ ਪਰਖਿਆ ਜਾਂਚਿਆ ਜਿਹੜਾ ਆ ਉਹ ਅਗਾਊਂ ਹੀ ਸੰਘਰਸ਼ ਵਿੱਢ ਦੇਣਾ ਚਾਹੀਦਾ ਕਿ ਇਹਦੇ ਵਿੱਚ ਇਦਾਂ ਹੋ ਸਕਦਾ ਆ। ਹੋ ਤਾਂ ਇਹ ਵੀ ਸਕਦਾ ਹੈ ਕਿ ਜੋ ਤੁਸੀਂ ਸੋਚਿਆ ਹੋਵੇ ਉਹ ਤੋਂ ਬਿਲਕੁਲ ਉਲਟ ਦਿਖਾਇਆ ਹੋਵੇ, ਉਹ ਇਹ ਵੀ ਸਕਦਾ ਕਿ ਜਿਵੇਂ ਤੁਸੀਂ ਸੋਚਿਆ ਉਵੇਂ ਹੋ ਰਿਹਾ ਹੋਵੇ, ਪਰ ਘੱਟੋ ਘੱਟ ਇਹ ਜ਼ਰੂਰ ਹੋਣਾ ਚਾਹੀਦਾ ਕਿ ਮੁਲਕ ਦੀ ਸ਼ਾਂਤੀ ਜਿਹੜੀ ਆ ਉਹਨੂੰ ਭੰਗ ਨਹੀਂ ਕੀਤਾ ਜਾਣਾ ਚਾਹੀਦਾ, ਸਿਰਫ ਇਸ ਨਾਤੇ ਕਿ ਸੰਭਾਵਨਾ ਇਸ ਗੱਲ ਦੀ ਹੈ ਕਿ ਉਹਨਾਂ ਦੇ ਖਿਲਾਫ ਇਹ ਫਿਲਮ ਜਿਹੜੀ ਆ ਉਹ ਪ੍ਰਚਾਰ ਕਰੇਗੀ। ਫਿਲਹਾਲ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੀਆਂ ਕੁ ਖਬਰਾਂ ਔਰ ਉਹਨਾਂ ਖਬਰਾਂ ਦੇ ਉੱਤੇ ਇੰਨੀ ਕੁ ਚਰਚਾ। ਦੇਸਾਜ ਕਾਲੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਮੁਲਾਕਾਤ ਹੋਏਗੀ, ਤਦ ਤੱਕ ਲਈ ਦੇਖਦੇ ਰਹੋ ਚੱਕ ਦੇ ਟੀਵੀ।